ਇਹ ਵੀਰ ਜੀ ਪਹਿਲਾ ਫਲ ਹੈਗਾ ਜੀ ਐਵਾਕਾਡੋ। ਕਾਫੀ ਸੱਜਣਾ ਮਿੱਤਰਾਂ ਨੂੰ ਇਹਦੇ ਬਾਰੇ ਪਤਾ, ਖਾਸ ਕਰਕੇ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੇ ਤਾਂ ਬਹੁਤ ਇਹਦਾ ਲਾਹਾ ਲਿਆ ਜੀ, ਬਹੁਤ ਖਾਧਾ ਵੀ ਹੋਏਗਾ। ਬੀਜ ਉਗਾ ਕੇ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਪੈਂਦੀ ਬੂਟੇ ਜਿਹੜੇ ਕਹਿ ਲਓ ਕਿ ਵੀ ਅਸੀਂ ਇਸ ਤਰ੍ਹਾਂ ਇਹਦੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਆ ਜੀ। ਤੇ ਜਿਸ ਤੋਂ ਬਾਅਦ ਇਹ ਬੂਟਾ ਤੀਸਰੇ ਕੁ ਸਾਲ ਵਧੀਆ ਫਲ ਦੇਣਾ, ਤੀਸਰੇ ਤੋਂ ਚੌਥੇ ਸਾਲ ਦੇ ਵਿੱਚ ਇਹਦਾ ਫਲ ਦੇਣਾ ਸ਼ੁਰੂ ਕਰ ਦਿੰਦਾ। ਇਹ ਹੈ ਜੀ ਪੈਸ਼ਨ ਫਰੂਟ ਹੈ ਜੀ। ਇਹ ਵੀ ਅਫਰੀਕਾ ਤੋਂ ਹੀ ਅਸੀਂ ਲੈ ਕੇ ਆਏ ਸਾਂ ਪਿਛਲੇ ਸਾਲ ਫਰਵਰੀ ਦੇ ਵਿੱਚ, ਤੇ ਹੁਣ ਸਾਡੇ ਪੂਰਾ ਲੱਗਾ ਹੋਇਆ ਵਾ। ਮਹੀਨੇ ਕੁ ਤੱਕ ਇਹ ਪੱਕਣਾ ਸ਼ੁਰੂ ਹੋ ਜਾਣਾ। ਵੈਸੇ ਪੱਕਿਆ ਵਾ, ਥੋੜ੍ਹਾ ਜਿਹਾ ਖੱਟ ਮਿੱਠਾ ਜਿਹਾ ਟੇਸਟ ਹੁੰਦਾ। ਜੇ ਜ਼ਿਆਦਾ ਖੱਟਾ ਵਾ ਪੱਕੂਗਾ ਤੇ ਥੋੜ੍ਹਾ ਜਿਹਾ ਹੋਰ ਸੰਤਰੇ ਵਰਗਾ। ਫਿਰ ਤੁਸੀਂ ਇਹਦੇ ਵਿੱਚ ਸ਼ਹਿਦ ਵਗੈਰਾ ਪਾ ਕੇ, ਚੀਨੀ ਵਗੈਰਾ ਪਾ ਕੇ ਜਦੋਂ ਇਹਦਾ ਜੂਸ ਬਣਦਾ, ਜੂਸ ਲਈ ਵਰਤਿਆ ਜਾਂਦਾ ਜ਼ਿਆਦਾ। ਇਹ ਡਰੈਗਨ ਫਰੂਟ ਹੈ ਜੀ, ਜਿਹਦੇ ਬਾਰੇ ਤਾਂ ਕਾਫੀ ਸਾਰਿਆਂ ਨੂੰ ਹੁਣ ਪਤਾ। ਡੇਂਗੂ ਨੇ ਸਾਰਿਆਂ ਨੂੰ ਪਤਾ ਦੱਸਤਾ ਕਿ ਵੀ ਕੀ ਚੀਜ਼ ਹੈਗੀ ਆ ਜੀ। ਬਹੁਤ ਡਿਮਾਂਡ ਆ ਇਹਨਾਂ ਦਿਨਾਂ ਦੇ ਵਿੱਚ, ਤੇ ਤਕਰੀਬਨ ਪੰਜਾਬ 'ਚ ਇਹਦੀ ਖੇਤੀ ਹੋ ਰਹੀ ਆ। ਹਰ ਸਟੇਟ ਦੇ ਵਿੱਚ ਇਹਦੀ ਖੇਤੀ ਹੋ ਰਹੀ ਆ। ਦੇਖੋ ਜੀ, ਪਲਾਨ ਕਰਨਾ ਪੈਣਾ ਵਾ ਜੀ। ਪਹਿਲੋਂ ਸਭ ਤੋਂ ਪਹਿਲੋਂ ਜ਼ਰੂਰੀ ਨਹੀਂ ਹੈ ਕਿ ਅਸੀਂ ਐਵਾਕਾਡੋ ਵੱਲ ਜਾਣਾ ਜਾਂ ਡਰੈਗਨ ਵਾਲੇ ਮਹਿੰਗੇ ਫਲਾਂ ਲਈ ਜਾਣਾ ਵਾ। ਅਸੀਂ ਪਹਿਲੋਂ ਇਹ ਸ਼ਰਮ ਲਾਉਣੀ ਪਊਗੀ ਕਿ ਵੀ ਆਪ ਵੇਚਣਾ ਪੈਣਾ। ਜਿੰਨਾ ਚਿਰ ਅਸੀਂ ਆਪ ਵੇਚਣ ਬਾਰੇ ਨਹੀਂ ਸੋਚ ਸਕਦੇ, ਉਹਨਾਂ ਚਿਰ ਅਸੀਂ ਕੁਛ ਫਿਰ ਰਹਿਣ ਤੋਂ ਬਾਗ ਲਾਉਣ ਦਾ ਕੋਈ ਫਾਇਦਾ ਨਹੀਂ। ਹਰਮਨ ਜੀ, ਜਿਹੜਾ ਆਵੋਕਾਡੋ ਆ, ਇਹਦੇ ਬੂਟੇ ਤੋਂ ਸਿੱਖ 3 ਸਾਲ ਬਾਅਦ ਇਹ ਫਰੂਟ ਦੇਣਾ ਸ਼ੁਰੂ ਕਰ ਦਿੰਦਾ। ਫਿਰ ਇਹਦੀ ਵੈਲਿਡਿਟੀ, ਇਹਦੀ ਉਮਰ ਕਿੰਨੀ ਆ, ਕਿੰਨਾ ਚਿਰ ਤੱਕ ਇਹ ਫਲ ਦਿੰਦਾ ਰਹਿੰਦਾ? ਵੇਖੋ ਜੀ, ਜਿਹੜਾ ਆਵਾਕਾਡੋ ਆ, ਇਹ ਤਕਰੀਬਨ 100 ਸਾਲ ਦੀ ਇਹਦੀ ਏਜ ਹੈਗੀ ਆ ਬੂਟੇ ਦੀ। 100 ਸਾਲ ਤੱਕ ਇਹ 100 ਤੋਂ ਉੱਪਰ ਦੇ ਵੀ ਬੂਟੇ ਪਾਏ ਗਏ ਨੇ ਦੁਨੀਆ ਦੇ ਵਿੱਚ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ। ਆਵੋਕਾਡੋ ਦੀ ਗੱਲ ਕੀਤੀ ਹੈ ਤੁਸੀਂ, ਉਹ ਜਿਹੜਾ ਪੈਸ਼ਨ ਫਰੂਟ ਦੀ ਗੱਲ ਕੀਤੀ ਹੈ, ਇਹਨੂੰ ਬਾਜ਼ਾਰ ਜਾ ਕੇ ਤੁਸੀਂ ਆਸਾਨੀ ਨਾਲ ਵੇਚ ਸਕਦੇ ਹੋ ਕਿ ਨਹੀਂ ਹੁਣ ਅੱਜ ਦੇ ਸਮੇਂ 'ਚ? ਅੱਜ ਦੇ ਸਮੇਂ ਦੇ ਵਿੱਚ ਵੇਖੋ ਕਿ ਪਹਿਲਾਂ ਤਾਂ ਪ੍ਰੋਡਕਸ਼ਨ ਨਹੀਂ ਹੈਗੀ, ਕਿਉਂਕਿ ਹੁਣ ਇਹ ਚੀਜ਼ ਤਕਰੀਬਨ 500 ਤੋਂ ਲੈ ਕੇ 1200-1300 ਰੁਪਏ ਵਿਕ ਰਹੀ ਆ। ਅਸੀਂ ਜਿਹੜਾ ਇੰਪੋਰਟਡ ਵਾਲਾ ਹੁੰਦਾ ਵਾ ਉਹ 1000 ਰੁਪਏ ਕਿਲੋ ਵੇਚਦੇ ਹਾਂ ਜੀ, ਤੇ ਜਿਹੜੀ ਉਹ ਤੋਂ ਥੱਲੇ ਦੀਆਂ ਵੈਰਾਈਟੀਆਂ 500 ਰੁਪਏ ਤੱਕ ਅਸੀਂ ਸੇਲ ਆਊਟ ਕਰ ਦਿੰਦੇ ਹਾਂ। ਕਮੀ ਨਹੀਂ ਹੈਗੀ ਕਿ ਵੀ ਕਿਸੇ ਦਾ ਕਹੀਏ ਕਿ ਫਲ ਖਰਾਬ ਹੋਇਆ ਹੋਵੇ ਜਾਂ ਰੁਲਿਆ ਹੋਵੇ, ਉਹ ਅਜੇ ਤੱਕ ਨਹੀਂ ਹੈਗੀ ਜੇ ਇਕੱਠੇ ਰਵਾਂਗੇ। ਜੇ ਉਹ ਕਹਿ ਲਓ ਕਿ ਵੀ ਅਸੀਂ ਖਿੱਚ ਤਾਣ 'ਚ ਲੱਗੇ ਰਹੇ ਵੀ ਜਿੱਦਾਂ ਹੁਣ ਵੀ ਕੁਛ ਕਰ ਰਹੇ ਨੇ, ਵਿੱਚੋਂ ਆਣ ਕੇ 170 180 ਅੰਮ੍ਰਿਤਸਰ ਦੂਰੋਂ ਆਣ ਕੇ ਅੰਮ੍ਰਿਤਸਰ ਵੇਚ ਜਾਂਦੇ ਨੇ, ਇਹਨਾਂ ਨੂੰ ਫਰੂਟ ਵਾਲਿਆਂ ਨੂੰ ਵੇਚ ਜਾਂਦੇ, ਫਿਰ ਉਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੁਰਖਾਬ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਦੋਸਤੋ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ। ਅੱਜ ਖੇਤੀਬਾੜੀ ਸੈਕਟਰ ਨਾਲ ਜੁੜੀ ਹੋਈ ਇੱਕ ਨਵੀਂ ਤਸਵੀਰ ਤੁਹਾਡੇ ਰੂਬਰੂ ਕਰ ਰਹੇ ਹਾਂ ਕਿ ਜਿੱਥੇ ਪੰਜਾਬ ਦੇ ਕਿਸਾਨਾਂ ਦੇ ਸਿਰ ਇਲਜ਼ਾਮ ਹੈ ਕਿ ਫਸਲੀ ਚੱਕਰ ਦਾ ਕਰਕੇ ਪੰਜਾਬ ਦਾ ਵਾਤਾਵਰਨ ਖਰਾਬ ਹੋ ਰਿਹਾ ਹੈ। ਉੱਥੇ ਅਜਿਹੇ ਕਈ ਨੌਜਵਾਨ ਕਿਸਾਨ ਨੇ ਪੰਜਾਬ ਦੇ ਅੰਦਰ ਖੇਤੀ ਕਰਦੇ, ਜਿਨ੍ਹਾਂ ਨੇ ਸਹਾਇਕ ਧੰਦਿਆਂ ਨੂੰ ਅਪਣਾਇਆ ਹੋਇਆ ਔਰ ਫਰੂਟਸ ਦੀ ਖੇਤੀ ਕਰਕੇ ਵੀ ਇੱਕ ਜਿਹੜੀ ਨਵੀਂ ਪਿਰਤ ਪਾ ਰਹੇ ਨੇ। ਅਜਿਹੇ ਨੌਜਵਾਨ ਕਿਸਾਨ ਹਰਮਨਪ੍ਰੀਤ ਸਿੰਘ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ-ਕਿਹੜੇ ਫਰੂਟਸ ਦੀ ਉਹ ਖੇਤੀ ਕਰਦੇ ਨੇ ਔਰ ਕਿਹੜੇ-ਕਿਹੜੇ ਹੋਰ ਸਹਾਇਕ ਧੰਦੇ ਨੇ ਜਿਨ੍ਹਾਂ ਨੂੰ ਅਪਣਾ ਕੇ ਉਹ ਸਮਝਦੇ ਨੇ ਕਿ ਵਧੀਆ ਇਨਕਮ ਸੋਰਸ ਜਿਹੜਾ ਉਹ ਬਣ ਸਕਦਾ ਹੈ। ਹਰਮਨ ਜੀ, ਪਹਿਲਾਂ ਸਵਾਗਤ ਹੈ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਵੀ ਸਵਾਗਤ ਹੈ ਜੀ ਸਾਡੇ ਫਾਰਮ ਦੇ ਉੱਪਰ। ਤੇ ਅੱਜ ਤੁਹਾਨੂੰ ਅਲੱਗ-ਅਲੱਗ ਫਲਾਂ ਬਾਰੇ ਜਾਣਕਾਰੀ ਦੇਵਾਂਗੇ ਜੀ, ਜਿਹੜੇ ਆਪਾਂ ਇੱਥੇ ਵਿਦੇਸ਼ੀ ਫਲ ਜਿਹੜੇ ਇੱਥੇ ਖੇਤੀ ਕਰ ਰਹੇ ਹਾਂ ਤੇ ਜਿਨ੍ਹਾਂ ਨੂੰ ਕਰਕੇ ਕਿਸਾਨ ਕਾਫੀ ਮੁਨਾਫਾ ਕਮਾ ਸਕਦੇ ਆ ਜੀ। ਸੋ ਇਹ ਆਪਾਂ ਫਰੂਟਸ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਪਾਂ ਇਹਦੇ ਬਾਰੇ ਮੰਡੀਕਰਨ ਬਾਰੇ ਹੋਰ ਵੀ ਕਾਫੀ ਸਵਾਲ ਜਵਾਬ ਕਰ ਰਹੇ ਨੇ ਤੁਹਾਡੇ ਨਾਲ। ਇਹ ਕੀ ਇਹ ਫਰੂਟ ਦਾ ਨਾਂ ਹੈ, ਕਿਉਂਕਿ ਦਰਸ਼ਕਾਂ ਨੂੰ ਪਤਾ ਲੱਗ ਜਾਏ, ਆਪਾਂ ਤਾਂ ਡਿਸਕਸ ਇਹਦੇ ਬਾਰੇ ਕਰ ਲਈ। ਇਹਦੇ ਬਾਰੇ ਥੋੜ੍ਹਾ ਇਹਦੀ ਪੈਦਾਵਾਰ ਬਾਰੇ, ਇਹਦੀ ਝਾੜ ਬਾਰੇ, ਇਹਦੇ ਇਨਕਮ ਬਾਰੇ ਥੋੜ੍ਹਾ ਵਿਸਤਾਰ 'ਚ ਦੱਸ ਦਿਓ, ਕਿੱਥੋਂ ਇਹਦਾ ਬੀਜ ਆਪਾਂ ਖਰੀਦਦੇ ਹਾਂ? ਇਹ ਵੀਰ ਜੀ ਪਹਿਲਾ ਫਲ ਹੈਗਾ ਜੀ ਐਵਾਕਾਡੋ। ਕਾਫੀ ਸੱਜਣਾ ਮਿੱਤਰਾਂ ਨੂੰ ਇਹਦੇ ਬਾਰੇ ਪਤਾ, ਖਾਸ ਕਰਕੇ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੇ ਤਾਂ ਬਹੁਤ ਇਹਦਾ ਲਾਹਾ ਲਿਆ ਜੀ, ਬਹੁਤ ਖਾਧਾ ਵੀ ਹੋਏਗਾ। ਇਹ ਤਕਰੀਬਨ ਮੈਕਸੀਕੋ ਦਾ ਫਲ ਹੈ ਜੀ, ਜਿਹੜਾ ਉਹਦੇ ਲਾਗੇ ਪੇਰੂ, ਗੁਆਟਾਮਾਲਾ, ਹੋਰ ਕਾਫੀ ਦੇਸ਼ਾਂ ਦੇ ਵਿੱਚ, USA ਦੇ ਵਿੱਚ, ਕੈਲੀਫੋਰਨੀਆ 'ਚ ਇਹਦੀ ਖੇਤੀ ਹੁੰਦੀ ਹੈ ਜੀ। ਇਸੇ ਤਰ੍ਹਾਂ ਅਫਰੀਕਨ ਦੇਸ਼ਾਂ ਦੇ ਵਿੱਚ ਵੀ ਇਹਦੀ ਖੇਤੀ ਹੋ ਰਹੀ ਆ। ਫਿਰ ਭਾਰਤ ਦੇ ਵਿੱਚ ਵੀ ਇਹਦੀ ਕੁਛ ਖੇਤੀ ਹੋ ਰਹੀ ਆ। ਫਿਰ ਇਸੇ ਤਰ੍ਹਾਂ ਨਿਊਜ਼ੀਲੈਂਡ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਫਿਲਪਾਈਨਸ ਹੋ ਗਿਆ, ਤੇ ਬਰਮਾ ਵਗੈਰਾ ਆਪਣੇ ਇੱਧਰ ਕਾਫੀ ਇਹਦੀ ਖੇਤੀ, ਨੇਪਾਲ ਵਗੈਰਾ 'ਚ ਵੀ ਇਹਦੀ ਖੇਤੀ ਹੋ ਰਹੀ ਹੈ ਜੀ। ਇਹ ਦੁਨੀਆ ਦਾ ਇੱਕ ਸੁਪਰ ਫੂਡ ਹੈ ਜੀ, ਜਿਸ ਦੇ ਵਿੱਚ ਤਕਰੀਬਨ 18 ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ ਹੈਗੇ ਨੇ। ਤੇ ਇਹਦੇ ਤੁਸੀਂ
ਫਲ ਆ ਜਿਹੜਾ ਇਹਨੂੰ ਐਜ਼ ਆ ਸ਼ੇਕ, ਐਜ਼ ਆ ਸੈਲਡ, ਫਿਰ ਇਸੇ ਦੇ ਫਲ ਦੇ ਵਿੱਚੋਂ ਹੀ ਤੁਹਾਡਾ ਤੇਲ ਵੀ ਨਿਕਲ ਆਉਂਦਾ ਵਾ ਜੀ, ਜਿਹੜਾ ਅਸੀਂ ਕੁਕਿੰਗ ਦੇ ਵਿੱਚ ਅਤੇ ਮਾਲਿਸ਼ ਕਰਨ ਦੇ ਵਿੱਚ ਆਪਾਂ ਇਹਨੂੰ ਵਰਤ ਸਕਦੇ ਹਾਂ। ਇਹਦਾ ਬੀਜ ਅਤੇ ਜਿਹੜੇ ਪੱਤੇ ਨੇ ਉਹ ਚਾਹ ਬਣਾਉਣ ਦੇ ਵਿੱਚ ਵਰਤੇ ਜਾਂਦੇ ਨੇ, ਅਤੇ ਕਾਫੀ ਸਾਰੇ ਪ੍ਰੋਟੀਨ ਵਿਟਾਮਿਨ ਇਹਦੇ ਪੱਤਿਆਂ ਦੇ ਵਿੱਚ ਵੀ ਕਹਿ ਲਓ ਜਾਂ ਬੀਜ ਦੇ ਵਿੱਚ ਅਤੇ ਫਲ ਦੇ ਵਿੱਚ ਪਾਏ ਜਾਂਦੇ ਨੇ। ਸਟਾਰਟ ਕਿਵੇਂ ਕੀਤਾ ਇਹਨੂੰ, ਬੀਜ ਦਾ ਕਿੱਥੋਂ ਲਿਆ ਕੇ ਤਿਆਰ ਕੀਤਾ, ਕੀ ਖਰਚਾ ਪਰ ਏਕੜ ਦੀ ਆਪਾਂ ਗੱਲ ਕਰ ਲਈਏ ਤਾਂ ਆ ਜਾਂਦਾ? ਵੇਖੋ ਜੀ, ਅਸੀਂ 2010 ਦੇ ਵਿੱਚ ਅਫਰੀਕਾ ਗਏ ਸੀ, ਇਥੋਪੀਆ ਖੇਤੀ ਕਰਨ ਵਾਸਤੇ ਗਏ ਸੀ, ਅਤੇ ਉੱਥੇ ਇਹਨੂੰ ਪਹਿਲੀ ਵਾਰੀ ਵੇਖਿਆ ਅਤੇ ਜੀ ਕੀਤਾ ਕਿ ਚਲੋ ਆਪਣੇ ਪੰਜਾਬ ਭੇਜ ਕੇ ਵੇਖਦੇ ਹਾਂ ਕਿ ਵੀ ਕਿਵੇਂ ਦੇ ਰਿਜ਼ਲਟ ਮਿਲਦੇ ਨੇ। ਅਤੇ ਕਿਉਂਕਿ ਮੌਸਮ ਉੱਥੇ ਵੀ ਕੁਝ ਗਰਮ ਸੀ ਅਤੇ ਸਰਦੀ ਚਲੋ ਆਪਣੇ ਜਿੰਨੀ ਨਹੀਂ ਸੀ ਹੈਗੀ, ਪਰ ਫਿਰ ਵੀ ਆਖਿਆ ਵੀ ਚਲੋ ਭੇਜਦੇ ਹਾਂ। ਫਿਰ ਇਸੇ ਤਰ੍ਹਾਂ ਹੀ ਅਸੀਂ ਕੁਝ ਫਲ ਇੱਥੇ ਭੇਜਤੇ ਅਤੇ ਛੋਟੇ ਭਰਾ ਨੇ ਬੂਟੇ ਲਗਾ ਦਿੱਤੇ। ਤਾਂ 3 ਕੁ ਸਾਲਾਂ 'ਚ ਸਾਨੂੰ ਇਹਨੇ ਫਲ ਦੇਣਾ ਸ਼ੁਰੂ ਕਰਤਾ, ਜਿਹੜਾ ਕਿ ਪਹਿਲੋਂ 3-4 ਕਿਲੋ 5 ਕਿਲੋ ਤੋਂ ਸ਼ੁਰੂ ਹੁੰਦਾ ਵਾ ਜੀ। ਫਿਰ ਇਸੇ ਤਰ੍ਹਾਂ ਹੀ ਅਸੀਂ ਉੱਥੇ ਤਾਂ ਚਲੋ ਕਰਦੇ ਹੀ ਸਾਂ, ਅਤੇ ਫਿਰ ਇੱਥੇ 3 ਕੁ ਸਾਲ ਤੋਂ ਅਸੀਂ ਸੋਚਿਆ ਕਿ ਵੀ ਚਲੋ ਜਿੱਦਾਂ ਲੋਕਡਾਊਨ ਵਗੈਰਾ ਹੋ ਗਿਆ ਜਾਂ ਹੋਰ ਸੱਜਣਾ ਮਿੱਤਰਾਂ ਨੂੰ ਪਤਾ ਲੱਗਿਆ ਕਿ ਵੀ ਆਵਾਕਾਡੋ ਹੋ ਜਾਂਦਾ, ਅਤੇ ਸਾਰਿਆਂ ਦੀ ਹੱਲਾਸ਼ੇਰੀ ਨਾਲ ਅਸੀਂ ਇਹਦੇ ਹੋਰ ਬੂਟੇ ਵਗੈਰਾ ਇਹਦੇ ਤੋਂ ਬੀਜ ਉਗਾ ਕੇ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਪੈਂਦੀ ਬੂਟੇ ਜਿਹੜੇ ਕਹਿ ਲਓ ਕਿ ਵੀ ਅਸੀਂ ਇਸ ਤਰ੍ਹਾਂ ਇਹਦੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਆ ਜੀ। ਜਿਸ ਤੋਂ ਬਾਅਦ ਇਹ ਬੂਟਾ ਤੀਸਰੇ ਕੁ ਸਾਲ ਵਧੀਆ ਫਲ ਦੇਣਾ, ਤੀਸਰੇ ਤੋਂ ਚੌਥੇ ਸਾਲ ਦੇ ਵਿੱਚ ਇਹਦਾ ਫਲ ਦੇਣਾ ਸ਼ੁਰੂ ਕਰ ਦਿੰਦਾ। ਏਕੜ ਦੇ ਵਿੱਚ ਕਹਿ ਲਓ ਕਿ ਵੀ ਤੁਸੀਂ 150 ਤੋਂ ਲੈ ਕੇ 200 ਕੁ ਬੂਟਾ ਲੱਗ ਜਾਂਦਾ ਜੀ। ਹੁਣ ਹੋਰ ਵੀ ਵੱਧ ਰਹੇ ਨੇ, ਪਰ ਅਜੇ ਕਹਿ ਲਓ ਕਿ ਬੂਟੇ ਘੱਟ ਤਿਆਰ ਹੋਣ ਕਰਕੇ ਇੰਨੀ ਕੀ ਗਿਣਤੀ ਵਾਜਬ ਆ ਜੀ। ਜਾਂ ਤੁਸੀਂ 100 ਕੁ ਵੀ ਕਰ ਸਕਦੇ ਜੋ 15 ਤੋਂ 18 ਮੀਟਰ 20 ਮੀਟਰ 20 ਫੁੱਟ 24 ਫੁੱਟ ਤੱਕ ਤੁਸੀਂ ਇਹਨੂੰ ਲਗਾ ਸਕਦੇ ਹੋ ਜੀ। ਸੋ ਇਹ 3 ਸਾਲ ਬਾਅਦ ਤੁਸੀਂ ਕਿਹਾ ਕਿ ਫਲ ਦੇਣਾ ਸ਼ੁਰੂ ਕਰ ਦਿੰਦਾ। ਹਾਂਜੀ, ਇਹਦੀ ਵੈਲਿਡਿਟੀ ਉਮਰ ਇਹਦੀ ਕਿੰਨੀ ਹੈ, ਕਿੰਨਾ ਚਿਰ ਤੱਕ ਫਲ ਦਿੰਦਾ 100 ਸਾਲ 100 ਪਲੱਸ ਸਾਲ ਦੇ ਇਹਦੇ ਬੂਟੇ ਪਾਏ ਗਏ ਨੇ ਕਿ ਵੀ ਇਸ ਤੋਂ ਵੱਡੀ ਉਮਰ ਦੇ ਵੀ ਹੈਗੇ ਨੇ, 100 ਸਾਲ ਤੱਕ ਇਹ ਫਲ ਦਿੰਦਾ ਰਹਿੰਦਾ ਜੀ। ਮਤਲਬ ਕਿ ਇਹ 100 ਸਾਲ ਤੱਕ ਇੱਕ ਵਾਰੀ ਲਗਾਇਆ ਬੂਟਾ ਜਿਹੜਾ ਫਲ ਦਿੰਦਾ ਰਹਿੰਦਾ। ਹਾਂਜੀ, ਅੰਬਾਂ ਵਾਂਗੂ ਜਿੱਦਾਂ ਆਪਣੇ ਇੱਥੇ ਪੁਰਾਣੇ ਅੰਬ ਨੇ ਉਸੇ ਤਰ੍ਹਾਂ ਹੀ ਕਹਿ ਲਓ ਕਿ ਵੀ ਲੀਚੀ ਹੋ ਗਈ, ਪੁਰਾਣੇ ਅੰਬ ਹੋ ਗਏ, ਇਹਦੀ ਉਮਰ 100 ਸਾਲ ਹੈਗੀ ਜੀ। ਸੋ ਇਹ ਇਸ ਤੋਂ ਇਲਾਵਾ ਕਿਹੜੇ ਫਰੂਟ ਨੇ, ਤੁਸੀਂ 2-3 ਤਾਂ ਮੇਰੇ ਸਾਹਮਣੇ ਰੱਖੇ ਨੇ, ਇਹਨਾਂ ਬਾਰੇ ਥੋੜਾ ਵਿਸਤਾਰ 'ਚ ਦੱਸ ਦਿਓ। ਇਹ ਡਰੈਗਨ ਫਰੂਟ ਹੈ ਜੀ, ਜਿਹਦੇ ਬਾਰੇ ਤਾਂ ਕਾਫੀ ਸਾਰਿਆਂ ਨੂੰ ਹੁਣ ਪਤਾ, ਡੇਂਗੂ ਨੇ ਸਾਰਿਆਂ ਨੂੰ ਪਤਾ ਦੱਸਤਾ ਕਿ ਵੀ ਕੀ ਚੀਜ਼ ਹੈਗੀ ਆ ਜੀ। ਬਹੁਤ ਡਿਮਾਂਡ ਆ ਇਹਨਾਂ ਦਿਨਾਂ ਦੇ ਵਿੱਚ, ਅਤੇ ਤਕਰੀਬਨ ਪੰਜਾਬ 'ਚ ਇਹਦੀ ਖੇਤੀ ਹੋ ਰਹੀ ਆ, ਹਰ ਸਟੇਟ ਦੇ ਵਿੱਚ ਇਹਦੀ ਖੇਤੀ ਹੋ ਰਹੀ ਆ, ਅਤੇ ਬੜੀ ਤੇਜ਼ੀ ਨਾਲ ਦਿਨੋਂ ਦਿਨ। ਪਹਿਲੋਂ ਤਾਂ ਕੁਛ ਹੀ ਕਿਸਾਨ ਸੀ, ਅੱਜ ਤੋਂ ਜੇ 5-6 ਸਾਲ ਪਹਿਲੋਂ ਗੱਲ ਕਰੀਏ ਅਤੇ ਪੰਜਾਬ ਦੇ ਵਿੱਚ ਬਹੁਤ ਥੋੜ੍ਹੇ ਕਿਸਾਨ ਸੀ, ਪਰ ਹੁਣ ਕਹਿ ਲਓ 200-250 ਏਕੜ ਤੋਂ ਪਲੱਸ ਰਕਬਾ ਜਿਹੜਾ ਵਾ ਕਿ ਵੀ ਆ ਚੁੱਕਾ ਵਾ। ਅਤੇ ਹੋਰ ਦਿਨੋਂ ਦਿਨ ਸਾਡੇ ਲਾਗੇ ਬੰਨੇ ਵੀ ਅਸੀਂ ਇੱਥੇ ਸਾਰੇ ਕਿਸਾਨਾਂ ਨੂੰ ਕਹਿ ਰਹੇ, ਜਿਹੜਾ ਵੀ ਸਾਡੇ ਕੋਲ ਆਉਂਦਾ ਪੁੱਛਦਾ ਵਾ ਕਿ ਵੀ ਚਲੋ ਕਨਾਲ ਤੋਂ ਕੋਈ ਖਰਚਾ ਜ਼ਿਆਦਾ ਹੋਣ ਕਰਕੇ ਕਨਾਲ ਤੋਂ ਸ਼ੁਰੂ ਕਰੋ, ਅਤੇ ਵਧੀਆ ਉਹਦੀ ਇਨਕਮ ਆਪਾਂ ਨੂੰ। ਇਹਦੇ ਬੀਜ ਬਾਰੇ ਤੁਸੀਂ ਤਿਆਰ ਕਰਦੇ ਹੋ, ਬੀਜ ਤਿਆਰ ਕਰਦੇ ਹੋ ਜਾਂ ਇਹਨੂੰ ਪਿਉਂਦ ਵਾਲਾ ਸਿਸਟਮ ਹੀ ਹੈ? ਇਹ ਨਹੀਂ ਵੀਰ ਜੀ, ਇਹਦੀਆਂ ਕਲਮਾਂ ਲੱਗਦੀਆਂ ਨੇ, ਪਿਉਂਦ ਵੀ ਹੁੰਦੀ ਆ, ਕਲਮਾਂ ਵੀ ਚੱਲਦੀਆਂ ਨੇ। ਅਤੇ ਪਿਉਂਦ ਉਹਨਾਂ ਵੈਰਾਈਟੀਆਂ ਦੀ ਹੁੰਦੀ ਆ ਜਿਹੜੀਆਂ ਜੇ ਘੱਟ ਨੇ, ਜਿਸ ਤਰ੍ਹਾਂ ਯੈਲੋ ਹੋ ਗਿਆ ਜਾਂ ਹੋਰ ਬਲੈਕ ਵਗੈਰਾ ਹੋ ਗਈਆਂ, ਵੈਰਾਈਟੀਜ਼ ਕਾਫੀ ਨੇ ਇਹਦੇ ਵਿੱਚ, 100 ਪਲੱਸ ਵੈਰਾਈਟੀਜ਼ ਆ ਜਾਂਦੀਆਂ ਨੇ। ਅਤੇ ਉਹਨਾਂ ਕੁਛ ਵੈਰਾਈਟੀਜ਼ ਦੀਆਂ ਅਸੀਂ ਇਹਦੀਆਂ ਗ੍ਰਾਫਟਿੰਗ ਨਾਲ ਤਿਆਰ ਕਰ ਰਹੇ ਹਾਂ। ਉਹ ਜੇ ਸਿਰਫ ਸਾਡੇ ਕੋਲ 1-2 ਫਾਰਮ ਨੇ ਜਿੱਥੇ ਇਹਦੇ ਟਰਾਇਲ ਕਰ ਰਹੇ ਹਾਂ ਜੀ, ਅਤੇ ਹੌਲੀ ਹੌਲੀ ਉਹਨਾਂ ਦੇ ਵੈਰਾਈਟੀਆਂ ਜਦੋਂ ਸਕਸੈਸ ਹੋਣਗੀਆਂ ਫਿਰ ਉਹਨੂੰ ਮਾਰਕੀਟ ਦੇ ਵਿੱਚ ਵੀ ਸੇਲ ਆਊਟ ਲਈ ਵੀ ਉਹ ਰੱਖ ਸਕਦੇ ਹਾਂ। ਅਤੇ ਕਲਮ ਤੋਂ ਤਾਂ ਜਲਦੀ ਤਿਆਰ ਹੋ ਜਾਂਦਾ ਜੀ ਇਹਦਾ ਬੂਟਾ, ਕੋਈ ਜ਼ਿਆਦਾ ਇਹਦੀ ਹੈ ਨਹੀਂ ਹੈ। ਬਸ ਇਹ ਹੈ ਕਿ ਵੀ ਇਹਨੂੰ ਪਿੱਲਰ ਵਗੈਰਾ ਲਾਉਣੇ ਪੈਂਦੇ ਨੇ, ਉਹਨਾਂ ਦਾ ਖਰਚਾ ਹੋਣ ਕਰਕੇ 350 ਤੋਂ ਲੈ ਕੇ 500-600 ਰੁਪਏ ਤੱਕ ਦਾ ਪਿੱਲਰ ਬਣਦਾ ਵਾ ਜੀ। ਕੁਝ ਮਸ਼ੀਨੀ ਬਣਦੇ ਨੇ, ਹੱਥ ਨਾਲ ਬਣਾ ਲਓਗੇ ਤਾਂ 350-400 ਦਾ ਖਰਚਾ ਆ ਜਾਂਦਾ। ਉਸ ਕਰਕੇ ਇਹਦੀ ਖੇਤੀ ਕਾਫੀ, ਫਿਰ ਇਹ ਬੂਟੇ ਵੀ ਕਾਫੀ ਲੱਗਦੇ ਨੇ। ਹੁਣ ਇਹਦੇ 'ਤੇ ਤਾਰਾਂ ਦਾ ਮੈਥਡ ਇੱਕ ਆਇਆ ਵਾ ਜੀ, ਉਹਦੇ ਨਾਲ 5000 ਬੂਟਾ ਲੱਗ ਜਾਂਦਾ। ਪਿੱਲਰ ਦੇ ਉੱਪਰ ਤੁਸੀਂ ਜੇ 400 ਪਿੱਲਰ ਲਾਉਂਦੇ ਜੋ, ਅਤੇ 4 ਬੂਟੇ ਦੇ ਹਿਸਾਬ ਨਾਲ 1600 ਜਾਂ 500 ਪਿੱਲਰ ਲਾਉਂਦੇ ਜੋ 2000 ਬੂਟਾ ਲੱਗ ਜਾਂਦਾ ਜੀ। ਇਨਕਮ ਕਿੰਨੀ ਕੁ ਦੇ ਜਾਂਦਾ ਫਿਰ? ਵੇਖੋ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਕੀ ਕਰ ਰਹੇ ਹਾਂ ਕਿ ਵੀ ਮਾਝੇ ਦੇ ਵਿੱਚ ਸਾਡੇ ਕਿਸਾਨ ਜੁੜੇ ਹੋਏ ਨੇ, ਮਾਲਵੇ ਤੋਂ ਵੀ ਜੁੜੇ ਹੋਏ ਨੇ, ਦੁਆਬੇ ਤੋਂ ਵੀ ਜੁੜੇ ਹੋਏ ਨੇ, ਅਤੇ ਅਸੀਂ ਤਕਰੀਬਨ ਇਹਦਾ ਰੇਟ ਬੰਨਿਆ ਹੋਇਆ ਕਿ ਵੀ ਜਦੋਂ ਮੇਰੇ ਕੋਲ ਫਰੂਟ ਆਉਣਾ ਵਾ ਵਾਧੂ ਹੋਊਗਾ ਤਾਂ ਮੇਰੇ ਕੋਲ ਆਊਗਾ। ਜੇ ਉਹਨਾਂ ਦਾ ਲੋਕਲ ਰੇਟ ਵਿਕਦਾ ਵਾ 350 ਤੱਕ ਵਿਕਦਾ ਵਾ ਅਤੇ ਉਹ ਵੇਚ ਰਹੇ ਨੇ। ਜਦੋਂ ਕਿਤੇ ਉਹਨਾਂ ਕੋਲ ਜ਼ਿਆਦਾ ਆ ਜਾਂਦਾ, ਖਰਾਬ ਹੋਣਾ ਵਾ, ਉਹ ਫਿਰ ਮੇਰੇ ਕੋਲ ਆ ਜਾਂਦਾ ਜੀ, ਫਿਰ ਅਸੀਂ ਇੱਥੇ ਸੇਲ ਆਊਟ ਕਰਦੇ ਹਾਂ ਜੀ। ਅਤੇ 3-4 ਫਾਰਮ ਇੱਦਾਂ ਅਸੀਂ ਜੁੜੇ ਹੋਏ ਨੇ ਨਾਲ ਆਪਸ ਦੇ ਵਿੱਚ। ਜਦੋਂ ਵਾਧੂ ਹੁੰਦਾ ਉਦੋਂ ਕਹਿ ਲਓ ਕਿ ਵੀ ਮਾਰਕੀਟ ਦੇ ਵਿੱਚ ਜਿਹੜਾ ਕਿਸਾਨ ਨੂੰ ਆ ਅਸੀਂ 300-350 ਦੀ ਰੇਂਜ ਦੇ ਵਿੱਚ ਅਸੀਂ ਸੇਲ ਆਊਟ ਕਰ ਰਹੇ ਹਾਂ ਜੀ।
ਇਸ ਤੋਂ ਇਲਾਵਾ ਜਿਹੜਾ ਉਹ ਤੀਸਰੇ ਨੰਬਰ ਤੇ ਫਰੂਟ ਪਿਆ ਉਹਦੇ ਬਾਰੇ ਵੀ ਇੰਨੀ ਕੁ ਜਾਣਕਾਰੀ ਸਾਂਝੀ ਕਰ ਦਿਓ। ਇਹ ਹੈ ਜੀ ਪੈਸ਼ਨ ਫਰੂਟ ਆ ਜੀ। ਇਹ ਵੀ ਅਫਰੀਕਾ ਤੋਂ ਹੀ ਅਸੀਂ ਲੈ ਕੇ ਆਏ ਸਾਂ ਪਿਛਲੇ ਸਾਲ ਫਰਵਰੀ ਦੇ ਵਿੱਚ, ਅਤੇ ਹੁਣ ਸਾਡੇ ਪੂਰਾ ਲੱਗਾ ਹੋਇਆ ਵਾ। ਮਹੀਨੇ ਕੁ ਤੱਕ ਇਹ ਪੱਕਣਾ ਸ਼ੁਰੂ ਹੋ ਜਾਣਾ। ਵੈਸੇ ਪੱਕਿਆ ਵਾ, ਥੋੜ੍ਹਾ ਜਿਹਾ ਖੱਟ ਮਿੱਠਾ ਜਿਹਾ ਟੇਸਟ ਹੁੰਦਾ। ਜੇ ਜ਼ਿਆਦਾ ਖੱਟਾ ਵਾ ਪੱਕੂਗਾ ਅਤੇ ਥੋੜ੍ਹਾ ਜਿਹਾ ਹੋਰ ਸੰਤਰੇ ਵਰਗਾ, ਫਿਰ ਤੁਸੀਂ ਇਹਦੇ ਵਿੱਚ ਸ਼ਹਿਦ ਵਗੈਰਾ ਪਾ ਕੇ, ਚੀਨੀ ਵਗੈਰਾ ਪਾ ਕੇ ਜਦੋਂ ਇਹਦਾ ਜੂਸ ਬਣਦਾ, ਜੂਸ ਲਈ ਵਰਤਿਆ ਜਾਂਦਾ ਜ਼ਿਆਦਾ, ਤਾਂ ਬਹੁਤ ਸਵਾਦ ਜੂਸ ਆ। ਅਤੇ ਤਕਰੀਬਨ ਇਹਦੇ ਵਿੱਚ ਵੀ ਵਿਟਾਮਿਨ ਸੀ ਕਾਫੀ ਆ ਜੀ, ਅਤੇ ਹੋਰ ਵੀ ਪ੍ਰੋਟੀਨ ਮਿਨਰਲ ਵਗੈਰਾ ਹੈਗੇ ਨੇ, ਅਤੇ ਬਹੁਤ ਵਧੀਆ ਇਹ ਸਾਨੂੰ ਲੱਗ ਰਿਹਾ, ਕਿਉਂਕਿ ਇਹਨਾਂ ਤਿੰਨਾਂ 'ਚੋਂ ਜੇ ਕਰੀਏ ਤਾਂ ਸਭ ਤੋਂ ਛੇਤੀ ਫਲ ਇਹਨੇ ਹੀ ਦਿੱਤਾ ਵਾ ਜੀ, ਸਵਾ ਕੁ ਸਾਲ ਦੇ ਵਿੱਚ। ਹਾਂਜੀ, ਸਵਾ। ਹੁਣ ਇਹਦੇ ਵੀ ਅਸੀਂ ਬੂਟੇ ਤਿਆਰ ਕਰ ਰਹੇ ਹਾਂ, ਰਿਜ਼ਲਟ ਵੇਖ ਰਹੇ ਸਾਂ, ਅਤੇ ਰਿਜ਼ਲਟ ਸਾਡੇ ਓਕੇ ਨੇ। ਸਾਡੇ ਕੋਲ 2-3 ਵਰਾਇਟੀਜ਼ ਨੇ ਇਹਦੀਆਂ, ਜਿਹੜੀਆਂ ਕਹ ਲਓ ਕਿ ਵੀ ਗਰਮੀ 'ਚ ਵੀ ਫਲ ਦਿੰਦੀਆਂ ਨੇ ਅਤੇ ਸਰਦੀ 'ਚ ਵੀ ਦਿੰਦੀਆਂ ਨੇ। ਹੋਰ ਇਹਨਾਂ ਤੋਂ ਹਰਮਨ ਜੀ, ਇਹਨਾਂ ਤੋਂ ਇਲਾਵਾ ਕਿਹੜੇ ਸਹਾਇਕ ਤੰਦੂਰ ਨੇ ਜਾਂ ਫਰੂਟਸ ਹੋਰ ਕਿਹੜੇ ਨੇ ਜਿਹੜੇ ਤੁਸੀਂ ਇੱਥੇ ਤਿਆਰ ਕਰ ਰਹੇ ਹੋ? ਵੇਖੋ ਜੀ, ਜਿਸ ਤਰ੍ਹਾਂ ਹੁਣ ਅਸੀਂ ਐਪਲ, ਹੌਟ ਕਲਾਈਮੇਟ ਐਪਲ ਦੇ ਉੱਪਰ ਕਾਫੀ ਕੰਮ ਕਰ ਰਹੇ ਹਾਂ, ਅਤੇ ਉਹਦੇ 'ਤੇ ਵਧੀਆ ਰਿਜ਼ਲਟ ਮਿਲ ਰਹੇ ਨੇ। ਅਲੱਗ-ਅਲੱਗ ਜਗ੍ਹਾ ਪੰਜਾਬ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਕੁਛ ਰਿਜ਼ਲਟ ਆਏ ਨੇ, ਅਤੇ ਐਰਕੀ ਅਸੀਂ ਹੋਰ ਉਸ ਦੇ ਉੱਪਰ ਕਰ ਰਹੇ ਹਾਂ। ਅਤੇ ਉਸ ਦੇ ਉੱਪਰ ਸਾਡਾ ਐਪਲ ਦੇ ਉੱਪਰ ਸਾਡਾ ਇਸ ਤਰ੍ਹਾਂ ਵੀ ਹੈ ਸਾਡੀ ਟੀਮ ਵੱਲੋਂ ਕਿ ਵੀ ਅਗਰ ਕੋਈ ਕਿਸਾਨ ਆਉਂਦਾ ਵਾ ਇਸ ਪਾਸੇ, ਤਾਂ ਅਸੀਂ ਉਹਦੀ 5 ਸਾਲ ਦੇਖ ਰੇਖ ਵਗੈਰਾ, ਮਤਲਬ ਪੈਟਰੋਲ ਵਗੈਰਾ ਦਾ ਖਰਚਾ ਉਹਨਾਂ ਦਾ ਹੋਊਗਾ, ਡੀਜ਼ਲ ਦਾ ਜੋ ਆਉਣ ਜਾਣ ਦਾ ਵਾ ਅਤੇ ਬਾਕੀ ਜਿਹੜਾ ਕੋਈ ਚਾਰਜਿਸ ਨਹੀਂ ਹੋਣਗੇ, ਅਤੇ 5 ਸਾਲ ਤੱਕ ਉਹਦੀ ਸਾਰੀ ਦੇਖ ਰੇਖ ਅਸੀਂ ਕਰਵਾਵਾਂਗੇ ਕਿ ਵੀ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਥੋੜ੍ਹੀ ਜਿਹੀ ਮਿਹਨਤ ਜ਼ਿਆਦੀ ਆ। ਸੋ ਹੋਰ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਮੰਡੀਕਰਨ ਦੀ ਕੀ ਵਿਵਸਥਾ ਆ ਪੰਜਾਬ ਦੇ ਵਿੱਚ? ਆਪਾਂ ਤਿਆਰ ਤੇ ਸਾਰਾ ਕਰ ਲਿਆ, ਫਿਰ ਮੰਡੀਕਰਨ ਦਾ ਕਿੱਥੇ ਕਰਾਂਗੇ? ਵੇਖੋ ਜੀ, ਆਵਾਕਾਡੋ ਨੂੰ ਤਾਂ ਜੇ ਅਸੀਂ ਹੁਣ ਪ੍ਰਮੋਟ ਕਰ ਰਹੇ ਹਾਂ, ਜਿੱਥੋਂ ਮਿਲਦਾ ਸਾਨੂੰ ਲਿਆ ਕੇ ਅਸੀਂ ਸ਼ੇਕ ਬਣਾ ਕੇ ਕਦੀ ਕਿਤੇ ਕਰਵਾ ਰਹੇ ਹਾਂ ਕਿ ਵੀ ਲੋਕਾਂ ਦੇ ਮੂੰਹ ਨੂੰ ਲਾਈਏ, ਟੇਸਟ ਲਵਾਈਏ। ਡਰੈਗਨ ਦੀ ਮੰਡੀ ਕਾਫੀ ਵੱਡੀ ਬਣ ਚੁੱਕੀ ਹੈ ਇੱਥੇ, ਬਸ ਇਹ ਕਿ ਵੀ ਲੋੜ ਆ ਇੱਕ ਰਹਿ ਕੇ ਇਹਦੇ ਰੇਟ ਨੂੰ ਸਹੀ ਰੱਖਣ ਦੀ, ਕਿਉਂਕਿ ਹੁਣ ਜਿਸ ਤਰ੍ਹਾਂ ਅਸੀਂ ਇੱਧਰੋਂ ਜੁੜੇ ਹੋਏ ਹਾਂ 5-6 ਸੱਜਣ ਕਿ ਵੀ ਚਲੋ ਆਪਾਂ ਇਹੋ ਹੀ ਰੇਟ ਰੱਖਣਾ, ਇਹ ਤੋਂ ਥੱਲੇ ਨਹੀਂ ਦੇਣਾ। ਸਾਡੇ ਕੋਲ ਫਰੂਟ ਵਾਲੇ, ਮੰਡੀ ਵਾਲੇ ਆਉਂਦੇ ਨੇ ਕਿ ਵੀ ਸਾਨੂੰ 150 ਰੁਪਈਏ ਮਿਲਦਾ ਜੀ, ਕਹਿੰਦੇ ਲੈ ਲਓ ਜੀ ਸਦਕੇ, ਜਿੱਥੋਂ ਤੁਹਾਨੂੰ 150 ਰੁਪਈਏ ਮਿਲਦਾ ਸਾਨੂੰ ਵੀ ਲਿਆ ਦਿਓ, ਕਿ ਵੀ 200 ਰੁਪਈਏ 180 ਰੁਪਈਏ ਤੁਹਾਨੂੰ ਜੇ 150 ਮਿਲਦਾ ਸਾਨੂੰ 180 ਰੁਪਈਏ ਲਿਆ ਦਿਓ ਜੀ, ਕਿਉਂਕਿ ਸਾਡੀ ਮਾਰਕੀਟ ਤਕਰੀਬਨ ਹੁਣ ਜੇ ਅਸੀਂ ਆਪਣੇ ਆਊਟਲੈਟ ਦੀ ਗੱਲ ਕਰੀਏ ਤਾਂ ਅਸੀਂ 50-60 ਕਿਲੋ ਅਸੀਂ ਸੇਲ ਕਰ ਲੈਂਦੇ ਹਾਂ ਜੀ। ਇੰਨਾ ਕੁ ਸਾਡੇ ਕੋਲ ਡੇਲੀ ਦੀ ਡਿਮਾਂਡ ਹੁੰਦੀ ਆ। ਡਿਮਾਂਡ ਸਾਡੇ ਕੋਲ ਮਹੀਨੇ 'ਚ 3 ਕੁ ਵਾਰੀ ਆਉਂਦਾ ਵਾ ਜੀ ਫਾਰਮਾਂ ਤੋਂ। ਫਿਰ ਉੱਧਰ ਜੇ ਡਾਇਰੈਕਟ ਹੁੰਦਾ ਤਾਂ ਲਾਗੋਂ ਜਿੰਨਾ ਨੇੜੇ ਹੋਵੇ ਉਹਨਾਂ ਵੀ ਗਾਹਕ ਨੂੰ ਵੀ ਚੰਗਾ, ਅਤੇ ਸਸਤਾ ਪੈਂਦਾ ਜੀ, ਜਾਣਾ ਨਹੀਂ ਪੈਂਦਾ ਦੂਰ, ਟਰਾਂਸਪੋਰਟ ਪਊਗੀ, ਸਾਰਾ ਕੁਝ ਖਰਚੇ ਪੈਣਗੇ। ਅਤੇ ਬਾਕੀ ਪੈਸ਼ਨ ਵੀ ਅਜੇ ਨਵਾਂ ਵਾ, ਅਤੇ ਆਵਾਕਾਡੋ ਵੀ ਨਵਾਂ ਵਾ, ਇਹਦਾ ਟੇਸਟ ਹੌਲੀ-ਹੌਲੀ ਡਿਵੈਲਪ ਹੋਊਗਾ। ਅਤੇ ਉਸੇ ਹਿਸਾਬ ਨਾਲ ਹੀ ਆਵਾਕਾਡੋ ਦੇ ਟੇਸਟ 'ਤੇ ਕਾਫੀ ਲੋਕਾਂ ਨੇ ਕੀਤੇ ਨੇ, ਸੱਜਣ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਪਤਾ ਵਾ ਕੀ ਚੀਜ਼ ਹੈਗੀ ਆ, ਅਤੇ ਉਸ ਕਰਕੇ ਇਹਦੀ ਮਾਰਕੀਟ ਦੀ ਤਾਂ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ 5-7 ਸਾਲਾਂ ਨੂੰ ਤਕਰੀਬਨ ਇੱਥੇ ਸਭ ਨੂੰ ਪਤਾ ਲੱਗ ਜਾਣਾ। ਹੁਣ ਡਰੈਗਨ ਦੀ ਕੋਈ ਕਮੀ ਨਹੀਂ ਹੈਗੀ ਕਿ ਵੀ ਕਿਸੇ ਦਾ ਕਹੀਏ ਕਿ ਫਲ ਖਰਾਬ ਹੋਇਆ ਹੋਵੇ ਜਾਂ ਰੁਲਿਆ ਹੋਵੇ, ਉਹ ਅਜੇ ਤੱਕ ਨਹੀਂ ਹੈਗੀ ਜੇ ਇਕੱਠੇ ਰਵਾਂਗੇ। ਜੇ ਉਹ ਕਹਿ ਲਓ ਕਿ ਵੀ ਅਸੀਂ ਖਿੱਚ ਤਾਣ 'ਚ ਲੱਗੇ ਰਹੇ ਕਿ ਵੀ ਜਿੱਦਾਂ ਹੁਣ ਵੀ ਕੁਛ ਕਰ ਰਹੇ ਨੇ, ਵਿੱਚੋਂ ਆਣ ਕੇ 170 180 ਅੰਮ੍ਰਿਤਸਰ ਦੂਰੋਂ ਆਣ ਕੇ ਅੰਮ੍ਰਿਤਸਰ ਵੇਚ ਜਾਂਦੇ ਨੇ, ਇਹਨਾਂ ਨੂੰ ਫਰੂਟ ਵਾਲਿਆਂ ਨੂੰ ਵੇਚ ਜਾਂਦੇ, ਫਿਰ ਉਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਮਾਰਕੀਟ ਅਸੀਂ ਆਪ ਹੀ ਖਰਾਬ ਕਰ ਲੈਣੀ ਆ। ਮਤਲਬ ਕਿ ਆਪਾਂ ਗਰੁੱਪ ਬਣਾ ਕੇ ਚੱਲਾਂਗੇ, ਇੱਕ ਰੇਟ ਰੱਖਾਂਗੇ, ਅਤੇ ਫਿਰ ਜਿਹੜਾ ਇਹ ਤੋਂ ਕਮਾਈ ਕਰ ਸਕਦੇ। ਵੇਖੋ ਜੀ, ਮਾਰਕੀਟ ਦੇ ਵਿੱਚ ਹੁਣ ਜੇ ਬਾਜ਼ਾਰੋਂ ਲੈਣ ਚੱਲ ਜੀਏ, ਰੈੱਡ ਡਰੈਗਨ ਜਿਹੜਾ ਵਾ ਕਿ ਵੀ 400 450 ਵੇਚ ਰਹੇ ਨੇ, 350 ਬਹੁਤ ਘੱਟ ਵੇਚ ਰਹੇ ਨੇ। ਅਤੇ ਜੇ ਫਾਰਮ ਤੋਂ ਹੀ ਅਸੀਂ ਇੱਕੋ ਰੇਟ ਰੱਖਾਂਗੇ, ਹਾਂਜੀ, ਕਿ ਵੀ ਇੱਕ ਤਾਂ ਫਰੈਸ਼ ਕਿ ਤੋੜਿਆ ਮਿਲ ਗਿਆ, ਉਹਨੇ 5-7 ਦਿਨ 10 ਦਿਨ ਹੋਰ ਕੱਢ ਜਾਣਾ ਜੀ, ਫਰਿੱਜ 'ਚ ਰੱਖ ਲਓ ਜਾਂ ਆਪਣੇ ਤਰੀਕੇ ਨਾਲ ਸਟੋਰ ਕਰ ਲਓ, ਤਾਂ ਉਹ ਵੱਧ ਦਿਨ ਕੱਢ ਜੂਗਾ। ਕਸਟਮਰ ਨੂੰ ਉਹੀ ਚੀਜ਼ ਚਾਹੀਦੀ ਹੈ ਜੀ ਕਿ ਵੀ ਉਹਨੂੰ ਚਾਹੀਦੀ ਚੀਜ਼ ਮਿਲ ਜੇ ਜਲਦੀ। ਇਹ ਹਰਮਨ ਜੀ, ਕਿੰਨਾ ਟਾਈਮ ਹੋ ਗਿਆ ਇਹਨੂੰ ਇੱਥੇ ਪੰਜਾਬ 'ਚ ਖੇਤੀ ਕਰਦੇ? ਮਤਲਬ ਕਿ ਅਸੀਂ ਜਿਹੜਾ ਆਵਾਕਾਡੋ ਆ, ਇਹ ਤਾਂ 11 ਕੁ ਸਾਲ ਪਹਿਲੋਂ ਲਾਏ ਸੀ ਬੂਟੇ, ਅਤੇ ਉਹਨਾਂ ਦੇ ਰਿਜ਼ਲਟ ਵੇਖ ਰਹੇ ਸਾਂ ਕਿ ਵੀ ਕਿਵੇਂ ਦਾ ਚੱਲਦਾ ਜੀ। ਤਾਂ ਹੁਣ ਵਧੀਆ ਨੇ, ਹੁਣ ਇੱਥੇ ਜਦ ਸੱਜਣ ਮਿੱਤਰ ਜੁੜੇ ਹੋਏ ਨੇ ਨਾਲ, ਅਤੇ ਤਕਰੀਬਨ 1500 ਬੂਟਾ ਕਹਿ ਲਓ ਕਿ ਵੀ ਪੰਜਾਬ ਦੇ ਵਿੱਚ ਇੱਕ ਜਗ੍ਹਾ 500 ਵਾ, 100 4-5 ਜਗ੍ਹਾ ਵਾ ਜੀ, ਅਤੇ 200 ਬੂਟਾ ਇੱਕ ਜਗ੍ਹਾ ਵਾ, 250 ਬੂਟਾ ਇੱਕ ਜਗ੍ਹਾ ਵਾ ਜੀ। ਅਤੇ ਇਸੇ ਤਰ੍ਹਾਂ ਹੀ 10-10 15-15 ਦੀ ਗਿਣਤੀ ਕੋਈ ਨਹੀਂ, ਕਿ ਕਾਫੀ ਲੋਕ ਟਰਾਇਲ ਕਰ ਰਹੇ ਨੇ। ਸੋ 11 ਸਾਲ ਦੀ ਇਹ ਖੇਤੀ ਆ, ਕੀ ਤੁਸੀਂ ਤਜਰਬਾ ਕੀਤਾ ਕਿ ਇਨਕਮ ਸੋਰਸ ਵੀ ਵਧੀਆ ਹੈ ਅਤੇ ਸੈਟਿਸਫੈਕਸ਼ਨ ਵੀ ਆਇਆ ਮਨ ਦੀ? ਹਾਂਜੀ ਵੀਰ ਜੀ, ਕਿਉਂਕਿ ਬਾਹਰ ਕਰਦੇ ਹਾਂ ਅਤੇ ਉੱਥੇ ਕਹਿ ਲਓ ਕਿ ਵੀ ਉੱਥੋਂ ਹੀ ਇੰਪੋਰਟ ਹੋ ਕੇ ਇੱਥੇ ਆ ਰਿਹਾ ਵਾ, ਅਤੇ ਬਾਹਰ ਤਾਂ ਚਲੋ ਜਿੱਦਾਂ ਹੁਣ ਹਾਸ ਵਰਾਇਟੀ ਕਹਿ ਲਈਏ ਕਿ ਲੋਕਾਂ ਦੇ ਮੂੰਹ 'ਤੇ ਆ ਕਿ ਵੀ ਪਤਾ ਹੀ ਨਹੀਂ ਕਿੰਨੀ ਕੁ ਮਹਿੰਗੀ ਆ। ਉਹ ਕੀ ਕਿ ਟਰਾਂਸਪੋਰਟ ਕੋਸਟ ਬਹੁਤ ਜ਼ਿਆਦਾ ਹੋ ਜਾਂਦੀ ਆ, ਕਿ ਬਾਈ ਏਅਰ ਆਉਣੀ ਹੈ ਚੀਜ਼, ਫਿਰ ਉੱਥੋਂ ਟੁੱਟਣੀ ਆਉਣਾ ਸੀ, ਉੱਥੇ ਫਾਰਮ 'ਤੇ ਆ ਕਿ 50-60 ਰੁਪਏ ਕਿਲੋ ਆ ਜੀ। ਅਤੇ
ਅਗਲੇ ਸਾਲਾਂ ਦੇ ਵਿੱਚ ਜਿੱਦਾਂ ਹੁਣ 7-8 ਸਾਲਾਂ ਹੁਣ ਜਿੱਦਾਂ ਸਾਊਥ ਵਗੈਰਾ ਦੇ ਵਿੱਚ ਕੁਝ ਬਾਗ ਹੈਗੇ ਨੇ, ਉੱਧਰ ਇਹ ਚੱਲਦਾ ਵਾ ਜੀ 100 ਸਵਾ 100 150 ਤੱਕ ਚੱਲਦਾ ਵਾ ਜੀ ਕਿਲੋ ਦੇ ਵਿੱਚ। ਅਤੇ ਅੱਜ ਤੋਂ ਜੇ 5-7 ਸਾਲਾਂ ਬਾਅਦ ਕਹੀਏ ਤਾਂ ਮਹਿੰਗਾਈ ਦੇ ਹਿਸਾਬ ਨਾਲ ਜਿੱਦਾਂ ਕਰੰਸੀ ਦਾ ਹਿਸਾਬ ਕਿਤਾਬ ਬਣਦਾ ਜਾਂਦਾ ਵਾ, ਅਤੇ ਉਦੋਂ 200 ਰੁਪਈਆ 250 ਰੁਪਈਆ ਵੀ ਕਿਲੋ ਦਾ ਮਿਲ ਜੂਗਾ ਫਾਰਮਰ ਨੂੰ, ਅਤੇ ਠੀਕ ਰਹੂਗਾ ਜੀ। ਸੋ ਜੇ ਬਾਜ਼ਾਰ 'ਚ ਜਾ ਕੇ, ਕਿਉਂਕਿ ਡਰੈਗਨ ਬਾਰੇ ਤੁਸੀਂ ਦੱਸਿਆ ਕਿ ਆਮ ਲੋਕਾਂ ਨੂੰ ਜਾਣਕਾਰੀ ਹੋ ਚੁੱਕੀ ਹੈ ਕਿ ਬਾਜ਼ਾਰ ਇਹ ਦੁਕਾਨ 'ਤੇ ਵੀ ਪਿਆ ਪਤਾ ਲੱਗਦਾ ਹਾਂ ਡਰੈਗਨ ਫਰੂਟ ਹੈ। ਆਵੋਕਾਡੋ ਦੀ ਗੱਲ ਕੀਤੀ ਹੈ ਤੁਸੀਂ, ਉਹ ਜਿਹੜਾ ਪੈਸ਼ਨ ਫਰੂਟ ਦੀ ਗੱਲ ਕੀਤੀ ਹੈ, ਇਹਨੂੰ ਬਾਜ਼ਾਰ ਜਾ ਕੇ ਤੁਸੀਂ ਆਸਾਨੀ ਨਾਲ ਵੇਚ ਸਕਦੇ ਹੋ ਕਿ ਨਹੀਂ ਹੁਣ ਅੱਜ ਦੇ ਸਮੇਂ 'ਚ? ਅੱਜ ਦੇ ਸਮੇਂ ਦੇ ਵਿੱਚ ਵੇਖੋ ਕਿ ਪਹਿਲਾਂ ਤਾਂ ਪ੍ਰੋਡਕਸ਼ਨ ਨਹੀਂ ਹੈਗੀ, ਕਿਉਂਕਿ ਹੁਣ ਇਹ ਚੀਜ਼ ਤਕਰੀਬਨ 500 ਤੋਂ ਲੈ ਕੇ 1200-1300 ਰੁਪਏ ਵਿਕ ਰਹੀ ਆ। ਅਸੀਂ ਜਿਹੜਾ ਇੰਪੋਰਟਡ ਵਾਲਾ ਹੁੰਦਾ ਵਾ ਉਹ 1000 ਰੁਪਏ ਕਿਲੋ ਵੇਚਦੇ ਹਾਂ ਜੀ, ਅਤੇ ਜਿਹੜੀ ਉਹ ਤੋਂ ਥੱਲੇ ਦੀਆਂ ਵੈਰਾਈਟੀਆਂ 500 ਰੁਪਏ ਤੱਕ ਅਸੀਂ ਸੇਲ ਆਊਟ ਕਰ ਦਿੰਦੇ ਹਾਂ। ਉਹਦੇ ਸਾਡੇ ਤਕਰੀਬਨ ਕਹਿ ਲਓ ਕਿ ਵੀ ਜਿਹੜਾ ਨਵਾਂ ਕਸਟਮਰ ਹੁੰਦਾ ਵਾ ਉਹ 1-2 ਪੀਸ ਲੈ ਜਾਂਦਾ, 100 ਰੁਪਏ ਦਾ ਲੈ ਗਿਆ, ਕੋਈ 150 ਦਾ ਲੈ ਗਿਆ। ਫਿਰ ਉਹਨੂੰ ਜਦੋਂ ਸਲਾਹ ਦੇਈ ਦੇ ਕਿ ਵੀ ਤੁਸੀਂ ਬਾਹਰ ਕਿਸੇ ਨਾਲ ਗੱਲ ਕਰੋ, ਤੁਹਾਨੂੰ ਆਪੇ ਇਹਦੇ ਗੁਣਾਂ ਬਾਰੇ ਦੱਸ ਦੂਗਾ, ਕਿਉਂਕਿ ਮੈਂ ਦੱਸੂਗਾ ਤੁਸੀਂ ਆਪਣੇ ਸੱਜਣ ਮਿੱਤਰ ਤੋਂ ਪੁੱਛੋਗੇ ਬੜਾ ਫਰਕ ਪੈ ਜਾਂਦਾ ਜੀ। ਅਤੇ ਜਿਉਂ-ਜਿਉਂ ਉਹ ਤੁਹਾਨੂੰ ਉਹ ਗਾਈਡ ਕਰਨਗੇ ਫਿਰ ਤੁਸੀਂ ਤਿਉਂ-ਤਿਉਂ ਇਹਨੂੰ ਵਰਤਣਾ ਸ਼ੁਰੂ ਕਰੋਗੇ, ਅਤੇ ਉਸ ਹਿਸਾਬ ਨਾਲ ਸਾਡੀ ਵਧੀਆ ਮਾਰਕੀਟ ਬਣ ਰਹੀ ਹੈ ਜੀ ਇਹਦੀ। ਕਈ ਵਾਰੀ ਤਾਂ ਸਾਡੇ ਕੋਲ ਸ਼ਾਰਟੇਜ ਹੁੰਦੀ ਆ, ਅਤੇ ਹੁਣ ਕੱਲ੍ਹ ਹੀ ਇਸੇ ਤਰ੍ਹਾਂ ਹੀ ਸੁਲਤਾਨਪੁਰ ਤੋਂ ਨੇ ਇੱਕ, ਅਤੇ ਉਹਨਾਂ ਨੂੰ ਤਕਰੀਬਨ 2-2.5 ਹਫ਼ਤੇ ਹੋ ਗਏ ਸੀ ਕਿ ਵੀ ਮੇਰੇ ਕੋਲ ਕੁਆਲਿਟੀ ਦੀ ਚੀਜ਼ ਮਿਲ ਨਹੀਂ ਰਹੀ ਸੀ। ਪ੍ਰਾਈਜ਼ ਕਿਸੇ ਵੇਲੇ ਖ਼ਰਾਬ ਵੀ ਆ ਜਾਂਦਾ, ਕਿਉਂਕਿ ਇਹ ਮੱਖਣ ਆ ਅੰਦਰੋਂ, ਅਤੇ ਮੱਖਣ ਕਹਿ ਲਓ ਕਿ ਵੀ ਉਹ ਕਿਸੇ ਵੇਲੇ ਜ਼ਿਆਦਾ ਇਹਨੂੰ ਲੱਗ ਗਈ, ਕੋਈ ਹੀਟ ਵਗੈਰਾ ਲੱਗ ਗਈ ਜਾਂ ਕੁਛ ਹੋ ਗਿਆ ਫਰਿੱਜ ਦੇ ਵਿੱਚ, ਕਿਸੇ ਸਪਲਾਇਰ ਬਾਏ ਉੱਥੋਂ ਰੱਖਤਾ, ਅਤੇ ਉਹਦੇ ਨਾਲ ਦਿੱਕਤ ਆ ਜਾਂਦੀ ਹੈ ਜੀ। ਸਟੋਰੇਜ ਸਹੀ ਢੰਗ ਨਾਲ ਨਹੀਂ ਹੋਈ, ਅਤੇ ਉਹ ਕਿਸੇ ਵੇਲੇ ਅੰਦਰੋਂ ਕਾਲਾ ਹੋ ਜਾਂਦਾ ਜੀ। ਚਲੋ ਅਸੀਂ ਤਾਂ ਉਹਦਾ ਤੇਲ ਕੱਢ ਲਈਦਾ, ਅਸੀਂ ਤੇਲ ਬਣਾ ਰਹੇ ਹਾਂ। ਸਾਡੇ ਲਈ ਉਹ ਜਿਹੜਾ ਪੁਰਾਣਾ ਹੋ ਗਿਆ, ਉਹ ਜਿਹੜੇ ਹੁਣ ਕੁਝ ਜੁੜੇ ਹੋਏ ਨੇ ਉਹਨਾਂ ਨੂੰ ਦੱਸ ਦਈਦਾ ਕਿ ਵੀ ਇਸ ਤਰੀਕੇ ਨਾਲ ਇਹਦਾ ਤੇਲ ਕੱਢ ਲਓ। ਜਿਹੜੇ ਛੋਟੇ ਕਿਸਾਨ ਨੇ ਉਹ ਕਿਵੇਂ ਅਪਣਾਉਣ, ਕਿਉਂਕਿ ਬੜਾ ਮਹਿੰਗਾ ਤੁਸੀਂ ਦੱਸਿਆ ਦਾ ਖਰਚਾ ਸਟਾਰਟਿੰਗ ਦੇ ਵਿੱਚ? ਵੇਖੋ ਜੀ 10 ਬੂਟੇ 20 ਬੂਟੇ ਲਗਾ ਸਕਦੇ ਨੇ। 400 ਤੋਂ ਇਹਦੇ ਬੂਟੇ ਅਸੀਂ ਸੇਲ ਕਰ ਰਹੇ ਹਾਂ, ਜਿਹੜੇ ਕਿ ਵੀ 2500 ਤੱਕ ਜਾ ਰਹੇ ਨੇ, ਉਸ ਤੋਂ ਉੱਪਰ ਵੀ ਜਾ ਰਹੇ ਨੇ, ਕਿਉਂਕਿ ਜਿੱਦਾਂ ਹੁਣ ਇੰਪੋਰਟਡ ਬੂਟੇ ਨੇ ਉਹ ਅਸੀਂ ਸਿਰਫ ਬੁਕਿੰਗ 'ਤੇ ਹੀ ਮੰਗਵਾਉਂਦੇ ਹਾਂ, ਅਤੇ ਇਸ ਤਰ੍ਹਾਂ ਅਸੀਂ ਉਹਨੂੰ ਲਿਆ ਕੇ ਰੱਖਦੇ ਨਹੀਂ ਹਾਂ। ਬਾਕੀ ਕੋਸ਼ਿਸ਼ ਹੈ ਅੱਗੇ ਵੀ ਆਉਣ ਵਾਲੇ ਜਿੱਦਾਂ ਹੁਣ ਸਾਡੇ ਕੁਛ ਉਹਨਾਂ ਵੈਰਾਈਟੀਜ਼ ਦੇ ਵੀ ਮਦਰ ਪਲਾਂਟ ਬਣ ਰਹੇ ਨੇ 2-4 ਸਾਲ 'ਚ ਜਿਹੜੇ ਫਰੂਟਿੰਗ ਦੇਣਗੇ। ਫਿਰ ਜਿੱਦਾਂ ਪ੍ਰੋਡਕਸ਼ਨ ਵੱਧਦੀ ਜਾਊਗੀ ਤਿਉਂ-ਤਿਉਂ ਇਹਨਾਂ ਦੀ ਕਹਿ ਲਓ ਕਿ ਵੀ ਪਲਾਂਟਸ ਦੀ ਕੋਸਟਿੰਗ ਘੱਟਦੀ ਜਾਊਗੀ। ਉਹ 10-20 ਬੂਟਿਆਂ ਤੋਂ ਜਾਂ ਕਿ ਡਰੈਗਨ ਆ ਤੋਂ 50 ਬੂਟਿਆਂ 'ਤੇ ਸ਼ੁਰੂ ਕਰ ਸਕਦੇ ਆ। ਪੈਸ਼ਨ ਦਾ ਤਾਂ ਚਲੋ ਕੋਈ ਜ਼ਿਆਦਾ ਮਹਿੰਗਾ ਨਹੀਂ ਪੈਂਦਾ, ਕਿਉਂਕਿ ਇਹ ਇੱਕ ਵੇਲ ਹੀ ਕਹਿ ਲਓ ਕਿ ਵੀ 50-60 ਫੁੱਟ 100 ਫੁੱਟ ਤੱਕ ਵੀ ਇਹ ਵੱਧ ਸਕਦੀ ਹੈ ਜੀ। ਅਤੇ ਅੰਗੂਰਾਂ ਵਾਂਗੂ ਇਹਨੂੰ ਲਗਾਉਣਾ ਪੈਂਦਾ ਵਾ ਜਾਲ ਬਣਾ ਕੇ ਉੱਪਰ। ਸੋ ਹਰਮਨ ਜੀ, ਜਿਹੜਾ ਆਵੋਕਾਡੋ ਆ ਇਹਦੇ ਬੂਟੇ ਤੋਂ 3 ਸਾਲ ਬਾਅਦ ਇਹ ਫਰੂਟ ਦੇਣਾ ਸ਼ੁਰੂ ਕਰ ਦਿੰਦਾ, ਫਿਰ ਇਹਦੀ ਵੈਲਿਡਿਟੀ, ਇਹਦੀ ਉਮਰ ਕਿੰਨੀ ਹੈ, ਕਿੰਨਾ ਚਿਰ ਤੱਕ ਇਹ ਫਲ ਦਿੰਦਾ ਰਹਿੰਦਾ? ਵੇਖੋ ਜੀ ਜਿਹੜਾ ਆਵਾਕਾਡੋ ਆ ਇਹ ਤਕਰੀਬਨ 100 ਸਾਲ ਦੀ ਇਹਦੀ ਏਜ ਹੈਗੀ ਆ ਬੂਟੇ ਦੀ। 100 ਸਾਲ ਤੱਕ ਇਹ 100 ਤੋਂ ਉੱਪਰ ਦੇ ਵੀ ਬੂਟੇ ਪਾਏ ਗਏ ਨੇ ਦੁਨੀਆ ਦੇ ਵਿੱਚ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ। ਅਤੇ ਅੱਗੇ ਵੀ ਚਲੋ ਜੇ 60-70 ਸਾਲ ਵੀ ਕੋਈ ਬੂਟਾ ਫਲ ਦੇ ਜੇ, ਅਤੇ ਇਹ ਤੋਂ ਵੱਧ ਹੋਰ ਆਪਾਂ ਕੀ ਚਾਹੀਦਾ ਜੀ। ਮਤਲਬ ਕਿ 2 ਪੀੜ੍ਹੀਆਂ ਜਿਹੜੀਆਂ ਇਹਨੂੰ ਹੰਢਾ ਸਕਦੀਆਂ। ਹਾਂ, 2 ਪੀੜ੍ਹੀਆਂ ਹੰਢਾ ਜਾਣ। ਅਤੇ ਹੁਣ ਜਿੱਦਾਂ ਇੱਥੇ ਆਪਣੇ ਨਾਖਾਂ ਦੇ ਪੁਰਾਣੇ ਬਾਗ ਵੀ ਨੇ, 50-50 60-60 ਸਾਲ ਪੁਰਾਣੇ ਬਾਗ ਵੀ ਹੈਗੇ ਨੇ, ਅਤੇ ਉਹ ਵੀ ਵਧੀਆ ਤਰੀਕੇ ਨਾਲ ਅਜੇ ਵੀ ਉਹਨਾਂ ਦੇ ਵਿੱਚੋਂ 40 ਸਾਲ ਹੋ ਗਏ, ਕਿਉਂਕਿ ਇੰਨਾ ਕੁ 40-45 ਸਾਲ 50 ਸਾਲ ਵੀ ਫਲ ਦੇ ਜਾਣ ਤਾਂ ਬਹੁਤ ਹੈ ਜੀ। ਸੋ ਤੁਸੀਂ ਉੱਥੇ ਦਾ ਤਜਰਬਾ ਕੀਤਾ ਹੈਗਾ ਵੀ ਫਲ ਇਹ 100 ਸਾਲ ਤੱਕ ਉਨਾ ਹੀ ਦਿੰਦਾ ਰਹਿੰਦਾ ਹੈ ਕਿ ਜਾਂ ਘਟਦਾ ਵੱਧਦਾ ਰਹਿੰਦਾ ਇਹਦਾ? ਮਤਲਬ ਹੌਲੀ ਹੌਲੀ ਕਹਿ ਲਓ ਕਿ ਵੀ ਜਿਸ ਤਰ੍ਹਾਂ ਜਵਾਨੀ ਦੇ ਵਿੱਚ ਆ, ਕਿਉਂਕਿ ਜਿੱਦਾਂ ਹੁਣ ਪਹਿਲੇ ਤੀਸਰੇ ਕੁ ਸਾਲ ਜਿਹੜਾ ਉਹ 3-5 ਕਿਲੋ ਹੋ ਜਾਂਦਾ ਵਾ, ਫਿਰ 10-11 ਸਾਲ ਦਾ ਵਾ ਹੁਣ ਸਾਡੇ ਕੋਲ, ਤਾਂ ਇਹ ਕੁਇੰਟਲ ਤੱਕ ਪਹੁੰਚ ਜਾਂਦਾ ਜੀ। ਅਤੇ ਜੇ ਐਵਰੇਜ 50-60 ਕਿਲੋ 70 ਕਿਲੋ ਵੀ ਆਪਾਂ ਲੈ ਕੇ ਚੱਲੀਏ, ਅਤੇ ਜੇ ਏਕੜ ਦੇ ਹਿਸਾਬ ਨਾਲ 200-150-200 ਬੂਟਾ ਲੱਗ ਰਿਹਾ, ਤਾਂ ਬਹੁਤ ਪ੍ਰੋਡਕਸ਼ਨ ਹੋ ਜਾਂਦੀ ਹੈ ਜੀ ਇਹਦੀ। ਸੋ ਹਰਮਨ ਜੀ, ਜਿਹੜੇ ਨੌਜਵਾਨ ਕਿਸਾਨ ਖੇਤੀ ਤੋਂ ਮੁੱਖ ਮੋੜੀ ਜਾਂਦੇ ਆ, ਆਮ ਖਬਰਾਂ ਪੜ੍ਹਦੇ ਆ ਕਿ ਖੇਤੀ 'ਚ ਘਾਟਾ ਪੈਣ ਕਰਕੇ ਖੁਦਕੁਸ਼ੀਆਂ ਦੇ ਰਾਹ ਕਿਸਾਨ ਪਏ ਆ, ਉਹਨਾਂ ਵਾਸਤੇ ਕੀ ਸੁਨੇਹਾ ਹੈ? ਉਹ ਕਿਵੇਂ ਇਸ ਫਸਲੀ ਚੱਕਰ 'ਚੋਂ ਨਿਕਲਣ, ਇਹ ਕਰਜ਼ਿਆਂ ਦੀ ਮਾਰ ਜਿਹੜੀ ਦਲਦਲ ਦੇ ਵਿੱਚੋਂ ਵੀ ਕਿਵੇਂ ਉੱਭਰ ਕੇ ਸਾਹਮਣੇ ਆ ਸਕਦਾ? ਦੇਖੋ ਜੀ, ਪਲਾਨ ਕਰਨਾ ਪੈਣਾ ਵਾ ਜੀ। ਸਭ ਤੋਂ ਤਾਂ ਪਹਿਲੋਂ ਜ਼ਰੂਰੀ ਨਹੀਂ ਹੈ ਕਿ ਵੀ ਅਸੀਂ ਆਵਾਕਾਡੋ ਵੱਲ ਹੀ ਜਾਣਾ ਜਾਂ ਡਰੈਗਨ ਵਾਲੇ ਮਹਿੰਗੇ ਫਲਾਂ ਲਈ ਜਾਣਾ ਵਾ। ਅਸੀਂ ਪਹਿਲੋਂ ਇਹ ਸ਼ਰਮ ਲਾਉਣੀ ਪਊਗੀ ਕਿ ਵੀ ਆਪ ਵੇਚਣਾ ਪੈਣਾ। ਪਹਿਲੋਂ ਇਹ ਚੀਜ਼ ਨੂੰ ਚੇਂਜ ਕਰੋ। ਬਾਹਰ ਜਾ ਕੇ ਤਾਂ ਅਸੀਂ ਸਾਰਾ ਕੁਝ ਕਰ ਲੈਂਦੇ ਹਾਂ, ਇੱਥੇ ਵੀ ਉਹ ਚੀਜ਼ਾਂ ਕਰਨੀਆਂ ਪੈਣੀਆਂ ਕਿ ਵੀ ਆਪ ਵੇਚਣਾ ਸਿੱਖੋ। ਜਿੰਨਾ ਚਿਰ ਅਸੀਂ ਆਪ ਵੇਚਣ ਬਾਰੇ ਨਹੀਂ ਸੋਚ ਸਕਦੇ, ਉਹਨਾਂ ਚਿਰ ਅਸੀਂ ਕੁਛ ਫਿਰ ਰਹਿਣ ਤੋਂ ਬਾਗ ਲਾਉਣ ਦਾ ਕੋਈ ਫਾਇਦਾ ਨਹੀਂ। ਜੇ ਵਪਾਰੀ ਨੂੰ ਹੀ ਦੇਣਾ ਵਾ, ਉਹ ਹੀ ਹੁਣ ਨਾਖਾਂ ਦੇ ਵਿੱਚ ਵੀ ਆ, ਸਾਡੇ ਕੋਲ ਆਉਂਦੇ ਨੇ ਸੱਜਣ ਮਿੱਤਰ, ਕੋਈ ਲੱਖ ਰੁਪਈਏ ਨੂੰ ਵੀ ਚੜ੍ਹਾ ਰਿਹਾ, ਤਾਂ ਕੋਈ 4 ਲੱਖ 5 ਲੱਖ ਵੀ ਕਮਾ ਰਿਹਾ।
ਜਿਹੜਾ ਆਪ ਕਲਕੱਤੇ ਲੈ ਜਾਂਦਾ ਉਹ 6 ਲੱਖ ਤੱਕ ਵੀ ਲੈ ਜਾਂਦਾ ਜੀ। ਜਿਹਨੇ ਹੁਣ ਇੱਥੇ ਬਾਗ ਦਿੱਤਾ ਉਹ ਲੱਖ ਦਾ ਵੀ ਆ ਜਾਂਦਾ ਵਾ, ਵਪਾਰੀ 1.5 ਦਾ ਵੀ ਆ ਜਾਂਦਾ ਜੀ। ਜਿਹੜਾ ਦਿੱਲੀ ਤੱਕ ਪਹੁੰਚ ਜਾਂਦਾ ਉਹ 2.5-3 ਤੱਕ ਪਹੁੰਚ ਜਾਂਦਾ ਜੀ। ਜਿਹੜਾ ਹੁਣ ਕਲਕੱਤੇ ਤੱਕ ਜਾ ਰਹੇ ਨੇ ਸੱਜਣ ਮਿੱਤਰ ਉਹ 4 ਜਾਂ 5 ਜਾਂ 6 ਤੱਕ ਵੀ ਪਹੁੰਚ ਰਹੇ ਨੇ, ਉਮਰ ਦੇ ਹਿਸਾਬ ਨਾਲ, ਬਾਗ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਜੀ। ਮਤਲਬ ਕਿ ਇਹ ਆਪਣੀ ਹਿੰਮਤ ਆ, ਜਿੰਨੀ ਵੀ ਤੁਸੀਂ ਕਰ ਲਓਗੇ ਉਹਨੇ ਪੈਸੇ ਕਮਾ ਲਓਗੇ। ਹਾਂਜੀ, ਜਿੰਨੀ ਆਪਣੀ ਹਿੰਮਤ ਹੈ ਜੀ। ਜਿਸ ਤਰ੍ਹਾਂ ਤੁਸੀਂ ਇਹਨੂੰ ਸੰਭਾਲ ਲਓ, ਬਾਗ ਦੇ ਵਿੱਚ ਵੰਨ ਸਵੰਨੇ ਅਲੱਗ-ਅਲੱਗ ਲਾ ਲਓ। ਹੁਣ ਤੁਸੀਂ ਮੰਨ ਲਓ ਕਿ 100 ਬੂਟਾ ਲਾਉਣਾ ਵਾ ਤੇ 20-20 25-25 ਉਹਨੂੰ ਲਾ ਲਓ। ਜੇ ਤੁਸੀਂ ਵਪਾਰੀ ਨੂੰ ਦੇਣਾ, ਜੇ ਤੁਹਾਡੇ ਕੋਲ 50 ਕਿੱਲੇ ਆ, ਚਲੋ 45 ਕਿੱਲੇ ਤੁਸੀਂ ਵਪਾਰੀ ਨੂੰ ਦੇ ਲਓ। ਪਰ ਇਹ ਆ ਕਿ ਵੀ ਜਿਹੜੇ 5-7 ਕਿੱਲੇ ਹੈਗੇ ਆ ਉਹਨੂੰ ਇਸ ਤਰੀਕੇ ਨਾਲ ਸਬਜ਼ੀ ਦੇ ਵਿੱਚ ਵੀ ਔਰਗੈਨਿਕ ਲੈ ਕੇ ਆਉਣਾ, ਅਸੀਂ ਸਬਜ਼ੀ ਵੀ ਕਰ ਰਹੇ ਹਾਂ ਉੱਥੇ। ਜਿੰਨਾ ਕੁ ਸਾਡੇ ਕੋਲ ਹੋ ਰਿਹਾ ਵਾ ਉਹਨਾਂ ਕੁ ਪਹਿਲੇ ਸਾਲ ਦੇ ਵਿੱਚ ਹੀ ਅਸੀਂ ਨਵੀਂ 4 ਏਕੜ ਦੀ ਨਰਸਰੀ ਆ, ਨਾਲ ਫਾਰਮ ਆ, ਉੱਥੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ। ਅਤੇ ਲੋਕਾਂ ਨੂੰ ਇਹ ਹੁਣ ਜੂਸ ਆ, ਛੇਕ ਆ, ਹੁਣ ਸਾਡੀ ਇਹਦੀ ਸਰਦੀ ਆ ਗਈ ਆ ਜੀ, ਤਾਂ ਹੁਣ ਸਾਡਾ ਉੱਥੇ ਕਹਿ ਲਓ ਕਿ ਵੀ ਵੱਡੀ ਕੈਟਲ ਤਿਆਰ ਆ ਕਿ ਵੀ ਜਿਹੜਾ ਵੀ ਕੋਈ ਨਰਸਰੀ ਤੋਂ ਬੂਟਾ ਵੀ ਲੈਣ ਆਊਗਾ ਉਹਨੂੰ ਆਵਾਕਾਡੋ ਦੀ ਚਾਹ ਜਾਂ ਇੱਦਾਂ ਦੀਆਂ ਚੀਜ਼ਾਂ ਉਹਨੂੰ ਪੀਣ ਨੂੰ ਮਿਲਣਗੀਆਂ। ਮਤਲਬ ਕਿ ਤੁਸੀਂ ਇਹ ਸੋਚ ਲਿਆ ਕਿ ਜੇ ਇਹਦੀ ਪ੍ਰੋਡਕਸ਼ਨ ਕਰਨੀ ਆ, ਇਹਨੂੰ ਵੇਚਣਾ ਵੀ ਪਵੇ ਤਾਂ ਕੋਈ ਦਿੱਕਤ ਨਹੀਂ, ਆਪ ਵੇਚ ਲਵਾਂਗੇ। ਆਪ ਵੇਚ ਲਵਾਂਗੇ ਜੀ। ਹੌਲੀ ਹੌਲੀ ਵਰਲਡ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਜੀ, ਐਕਸਪੋਰਟ ਵੀ ਹੋ ਸਕਦਾ, ਪਰ ਅਜੇ ਅਗਲੇ 20 ਕੁ ਸਾਲ ਤੱਕ ਐਕਸਪੋਰਟ ਦਾ ਸੋਚੋ ਹੀ ਨਾ, ਕਿਉਂਕਿ ਇੰਡੀਆ ਦੀ ਹੀ ਮਾਰਕੀਟ ਬਹੁਤ ਵੱਡੀ। ਹੁਣ ਸਾਡੇ ਕੀਨੀਆਂ ਤੋਂ ਕੀ ਹੁੰਦਾ ਵਾ ਕਿ ਵੀ ਚਾਈਨੀਜ਼ ਉੱਥੇ ਬੈਠੇ ਨੇ ਅਤੇ ਉਹਨਾਂ ਨੇ ਬਾਗ ਲੀਜ਼ 'ਤੇ ਲਏ ਨੇ, ਜ਼ਮੀਨਾਂ ਲਈਆਂ ਨੇ, ਉੱਥੇ ਨਵੇਂ ਗਰੋ ਕਰ ਰਹੇ ਨੇ। ਇਹਦਾ ਫਿਰ ਪਾਊਡਰ ਬਣ ਜਾਂਦਾ ਜੀ, ਉਹ ਫਿਰ ਚਾਈਨਾ ਲੈ ਕੇ ਜਾ ਰਹੇ ਆ। ਹੁਣ ਚਾਈਨਾ ਨੂੰ ਭੇਜਣਾ ਅਸੀਂ ਭੇਜ ਸਕਦੇ ਹਾਂ ਇੰਡੀਆ ਤੋਂ। ਇਹ ਆ ਕਿ ਵੀ ਕੀਨੀਆ ਤੋਂ ਉਹਨਾਂ ਨੂੰ ਡਬਲ ਖਰਚਾ ਪੈਂਦਾ, ਜੇ ਫਲਾਈਟ ਦਾ ਕਹੀਏ ਜਾਂ ਕੰਟੇਨਰ ਦਾ ਕਹੀਏ। ਇੱਥੋਂ ਸਾਡੇ ਨੇੜੇ ਆ, ਬਾਈ ਰੋਡ ਵੀ ਕੱਲ੍ਹ ਨੂੰ ਰਸਤੇ ਬਣ ਰਹੇ ਨੇ, ਇਹ ਬਾਈ ਰੋਡ ਵੀ ਇਹ ਚੀਜ਼ਾਂ ਜਾਣ ਲੱਗ ਪਣੀਆਂ ਜੀ। ਅਤੇ ਬਹੁਤ ਵਧੀਆ ਸੁਪਰ ਫੂਡ ਆ ਜੀ। ਹੁਣ ਇੱਥੇ ਮੈਂ ਆਪਣੀ ਲੇਬਰ ਨੂੰ ਦੱਸਦਾ ਹੁੰਦਾ ਕਿ ਵੀ ਤੁਸੀਂ ਮੈਂ ਤੰਬਾਕੂ ਖਾ ਖਾ ਕੇ ਕੰਮ ਕਰਦੇ ਜੇ, ਤਾਂ ਉੱਥੇ ਜਿੰਨੇ ਵੀ ਸਾਡੇ ਅਫਰੀਕਨ ਲੇਬਰ ਆ, ਠੀਕ ਹੈ ਜੀ, ਉਹਨਾਂ ਦਾ ਸਵੇਰੇ ਇਹੋ ਕੰਮ ਹੈ ਕਿ ਵੀ ਉਹਨਾਂ ਨੇ ਇਹਦਾ ਇੱਕ ਵੱਡਾ ਗਲਾਸ ਲੀਟਰ ਦਾ ਕਹਿ ਲਓ ਕਿ ਵੀ ਪੀ ਲੈਣਾ, ਅਤੇ ਉਹ ਕਹਿ ਲਓ ਕਿ ਵੀ ਤੇਲ ਉਹਨਾਂ ਨੇ ਭਰ ਲੈਣਾ, ਮੱਖਣ ਆ ਵਿੱਚ ਇਹਦੇ। ਅੱਛਾ, ਇਹਦਾ ਦੱਸਿਓ ਇਹ ਕਿੰਨਾ ਚਿਰ ਫਲ ਜਿਹੜਾ ਡਰੈਗਨ ਫਰੂਟ ਹੈ, ਆਵੋਕਾਡੋ, ਉਹ ਪੈਸ਼ਨ ਫਰੂਟ ਤੁਸੀਂ ਕਿਹਾ, ਇਹ ਕਿੰਨਾ ਦਿਨ ਪਿਆ ਰਵੇ ਤੇ ਖਰਾਬ ਨਹੀਂ ਹੁੰਦਾ? ਵੇਖੋ ਜੀ, ਇਹ ਇੱਕ ਤਾਂ ਮੌਸਮ ਦੇ ਹਿਸਾਬ ਨਾਲ, ਦੂਜਾ ਸਟੋਰੇਜ ਕਿੱਦਾਂ ਕਰ ਰਹੇ ਹੋ ਤੁਸੀਂ। ਹੁਣ ਜਿਸ ਤਰ੍ਹਾਂ ਆਵਾਕਾਡੋ ਆ, ਇਹ ਉੱਪਰੋਂ ਕੱਚਾ ਹੀ ਟੁੱਟਦਾ ਵਾ। ਸਾਡੇ ਕੋਲ ਆਣ ਕੇ ਤਕਰੀਬਨ ਇਹਨੇ ਕਹਿ ਲਓ ਕਿ ਵੀ ਅਗਸਤ ਐਂਡ ਤੋਂ ਪੱਕਣਾ ਸ਼ੁਰੂ ਹੋਣਾ ਵਾ ਉੱਪਰ, ਉਸ ਤੋਂ ਪਹਿਲਾਂ ਇਹ ਕੱਚਾ ਹੀ ਰਹਿੰਦਾ ਵਾ, ਅਤੇ ਕੱਚਾ ਹੀ ਮਾਰਕੀਟ ਦੇ ਵਿੱਚ ਸੇਲ ਹੁੰਦਾ ਵਾ। ਡਰੈਗਨ ਪਕਾ ਕੇ ਸੇਲ ਹੁੰਦਾ ਵਾ ਜੀ, ਪੈਸ਼ਨ ਵੀ ਪੱਕ ਕੇ ਸੇਲ ਹੋਊਗਾ, ਕਿਉਂਕਿ ਉੱਪਰ ਪੱਕੇ ਦਾ ਟੇਸਟ ਅਲੱਗ ਆ। ਇਹਦਾ ਵੀ ਆਵਾਕਾਡੋ ਦੇ ਵਿੱਚ ਵੀ ਇੱਦਾਂ ਹੀ ਆ ਕਿ ਉੱਪਰ ਪੱਕੇ ਦਾ ਟੇਸਟ ਹੋਰ ਜ਼ਿਆਦਾ ਡਿਵੈਲਪ ਹੋ ਜਾਂਦਾ, ਪਰ ਇੱਕ ਮਾਰਕੀਟ ਦੇ ਹਿਸਾਬ ਨਾਲ ਫਿਸਣ ਦੇ ਡਰੋਂ ਵੀ ਮਾਰਕੀਟ 'ਚ ਪੱਕਿਆ ਨਹੀਂ ਜਾ ਸਕਦਾ। ਉਹ ਮਤਲਬ ਕਿ 70% ਜਿਹੜਾ ਉਹ ਮੈਚੋਰ ਆ, 80% 20% ਪੱਕਿਆ ਹੋਊਗਾ, ਉਹ ਚੱਲ ਜਾਂਦਾ ਜੀ। ਬਹੁਤ ਧੰਨਵਾਦ ਹੈ ਜੀ, ਬਹੁਤ ਬਹੁਤ। ਉਸ ਤੋਂ ਬਾਅਦ ਕਹਿ ਲਓ ਕਿ ਵੀ ਕਾਫੀ ਦਿਨ ਤੁਸੀਂ ਇਹਨੂੰ ਰੱਖ ਸਕਦੇ ਹੋ ਫਰਿੱਜ ਦੇ ਵਿੱਚ ਕੈਚਅਪ ਬਣਾ ਕੇ। ਹੁਣ ਇਹਦੇ 'ਤੇ ਹੋਰ ਐਕਸਪੈਰੀਮੈਂਟ ਹੋ ਰਹੇ ਨੇ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਟੋਰ ਕਰ ਸਕਦੇ ਹਾਂ। ਚਲੋ ਬਹੁਤ ਬਹੁਤ ਧੰਨਵਾਦ ਹੈ ਜੀ, ਧੰਨਵਾਦ ਤੁਹਾਡਾ ਜੀ ਸਾਡੇ ਕੋਲ। ਸੋ ਦੋਸਤੋ, ਕੋਸ਼ਿਸ਼ ਕਰਾਂਗੇ ਕਿ ਖੇਤੀ ਸੈਕਟਰ ਨਾਲ ਜੁੜੀਆਂ ਹੋਈਆਂ ਅਜਿਹੀਆਂ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਰੂਬਰੂ ਕਰੀਏ। ਸੋ ਅੰਮ੍ਰਿਤਸਰ ਤੋਂ ਸੁਰਖਾਬ ਤੇ ਰਹਿਮਤ ਟੀਵੀ ਲਈ ਗੁਰਿੰਦਰ ਸਿੰਘ ਬਾੜ ਦੀ ਵਿਸ਼ੇਸ਼ ਰਿਪੋਰਟ।